ਲੁਧਿਆਣਾ ਵਾਸੀ ਵੀ ਇਸ ਖਬਰ ਨੂੰ ਧਿਆਨ ਨਾਲ ਸੁਣਨ। ਕੱਲ ਤੋਂ ਲੁਧਿਆਣਾ ਦੇ ਵਿੱਚ ਵੀ ਨਾਈਟ ਕਰਫਿਊ ਲੱਗਣ ਜਾ ਰਿਹਾ ਹੈ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜੀ ਸਖਤੀ ਰਹੇਗੀ, ਨਾਈਟ ਕਰਫਿਊ ਰਹੇਗਾ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ, ਪਟਿਆਲਾ ਦੇ ਵਿੱਚ ਵੀ ਸਰਕਾਰ ਵੱਲੋਂ ਪਹਿਲਾਂ ਹੀ ਨਾਈਟ ਕਰਫਿਊ ਲਗਾ ਦਿੱਤਾ ਗਿਆ। ਜਲੰਧਰ, ਹੁਸ਼ਿਆਰਪੁਰ ਦੇ ਵਿੱਚ ਵੀ ਨਾਈਟ ਕਰਫਿਊ ਲੱਗਿਆ ਹੋਇਆ। ਪਰਸੋਂ ਤੋਂ ਨਾਈਟ ਕਰਫਿਊ ਜਿਹੜਾ ਲਗਾਇਆ ਗਿਆ ਸੀ। ਜਲੰਧਰ ਦੇ ਵਿੱਚ ਇਸੇ ਤਰ੍ਹਾਂ ਕਪੂਰਥਲਾ, ਨਵਾਂ ਸ਼ਹਿਰ ਦੇ ਵਿੱਚ ਵੀ ਨਾਈਟ ਕਰਫਿਊ ਲਗਾਇਆ ਗਿਆ ਹੈ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜੀ ਸਖਤੀ ਰਹੇਗੀ। ਜੇਕਰ ਤੁਸੀਂ ਰਾਤ 11 ਵਜੇ ਤੋਂ ਬਾਅਦ ਸੜਕਾਂ ਤੇ ਨਜ਼ਰ ਆਉਂਦੇ ਹੋ ਤਾਂ ਤੁਹਾਡੇ ਤੋਂ ਪੁੱਛਗਿੱਛ ਹੋ ਸਕਦੀ ਹੈ। ਤੁਹਾਨੂੰ ਕਾਰਨ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਕਿਉਂ ਸੜਕਾਂ ਦੇ ਉੱਤੇ ਉਤਰੇ ਹੋਏ ਹੋ, ਕਿਉਂਕਿ ਜਿਹੜੇ ਕਰੋਨਾ ਦੇ ਮਾਮਲੇ ਨੇ ਲੁਧਿਆਣਾ ਦੇ ਵਿੱਚ ਵੀ ਬਹੁਤ ਤੇਜ਼ ਔਰ ਇਹਤਿਆਤੀ ਤੌਰ ਤੇ ਲੋਕਾਂ ਦੀ ਫਿਕਰਮੰਦ ਸ਼ੋਅ ਕੀਤਾ ਜਾ ਰਿਹਾ ਕਿ ਅਸੀਂ ਬਹੁਤ ਫਿਕਰਮੰਦ ਹਾਂ। ਸਰਕਾਰ ਦੇ ਵੱਲੋਂ ਵੀ ਇਹ ਕੰਸਰਨ ਦਿਖਾਇਆ ਜਾ ਰਿਹਾ ਤੇ डिप्टी कमिश्नर ਨੂੰ ਆਰਡਰ ਦਿੱਤੇ ਗਏ ਸੀਗੇ ਕਿ ਸਖਤੀ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਰੋਨਾ ਦੇ ਮਾਮਲੇ ਜ਼ਿਆਦਾ ਵੱਧ ਰਹੇ ਨੇ। ਤਾਂ ਲੁਧਿਆਣਾ ਵਾਸੀ ਵੀ ਇਹ ਖਬਰ ਧਿਆਨ ਨਾਲ ਸੁਣਨ ਕਿ ਹੁਣ ਕੱਲ ਤੋਂ ਜਿਹੜਾ ਨਾਈਟ ਕਰਫਿਊ ਲੁਧਿਆਣਾ ਦੇ ਵਿੱਚ ਲੱਗਣ ਜਾ ਰਿਹਾ ਹੈ, ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ। ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਬਾਬਤ ਇਸ ਤੇ ਮੀਡੀਆ ਨੂੰ ਬਰੀਫਿੰਗ ਦਿੱਤੀ ਗਈ ਹੈ। ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਅੱਜ मैं ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਨੰਬਰ ਆਫ ਕੇਸਿਸ ਸਾਰੇ ਪੰਜਾਬ 'ਚ ਹੀ ਵਧੇ ਨੇ, ਬਟ ਲੁਧਿਆਣੇ 'ਚ ਵੀ ਕਾਫੀ ਵਧੇ ਨੇ। ਜਿਹੜੇ ਇੱਕ ਦਿਨ ਦੇ ਸਾਡੇ ਕੇਸ ਪਹਿਲਾਂ 25 ਤੋਂ 35 ਤੱਕ ਆ ਰਹੇ ਸੀਗੇ, ਹੁਣ ਵੱਧ ਕੇ ਉਹ 125 130 ਤੱਕ ਹੋ ਗਏ ਆ। ਇਹ 4 ਗੁਣਾ ਇਜ਼ਾਫਾ ਹੈਗਾ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਦੋਂ ਇਸ ਤਰ੍ਹਾਂ ਵੱਧ ਰਹੀ ਹੈ, ਕੋਈ ਇਹ ਮਨ 'ਚ ਸੰਸ਼ਾ ਨਾ ਰੱਖੇ ਕਿ ਸੈਕੰਡ ਵੇਵ ਆ ਗਈ ਕਿ ਨਹੀਂ ਆ ਗਈ। ਮੈਂ ਆਫੀਸ਼ੀਅਲੀ ਇਹ ਤੁਹਾਨੂੰ ਕਹਿ ਰਿਹਾ ਕਿ ਸੈਕੰਡ ਵੇਵ ਹੈ, ਬਿਲਕੁਲ ਹੈ, ਔਰ ਸਾਡੇ ਕੇਸਾਂ 'ਚ ਵਾਧਾ ਹੈ। ਪਹਿਲਾਂ ਇਹ ਹੋ ਗਿਆ ਸੀ ਕਿ ਬਹੁਤੇ ਦਿਨਾਂ ਤੇ ਕੋਈ ਵੀ ਮੌਤ ਦੀ ਜਿਹੜੀ ਘਟਨਾ ਹੈ ਸਾਹਮਣੇ ਨਹੀਂ ਸੀ ਆਉਂਦੀ, ਜਾਂ ਹੋਇਆ ਹਫ਼ਤੇ 'ਚ ਇੱਕ ਅੱਧੀ ਵਾਰੀ ਕੋਈ ਇੱਕ ਅੱਧਾ ਕੇਸ ਆ ਗਿਆ। ਪਰ ਹੁਣ ਪਿਛਲੇ 3 ਦਿਨਾਂ ਤੋਂ ਮੈਂ ਲਗਾਤਾਰ ਦੇਖ ਰਿਹਾ ਕਿ ਹਰ ਰੋਜ਼ 3 ਜਿਹੜੀਆਂ ਡੈਥਸ ਹੋ ਰਹੀਆਂ ਨੇ। ਹਰ ਇੱਕ ਜਾਨ ਕੀਮਤੀ ਹੈ, ਇਸ ਤੋਂ ਅਫਸੋਸਨਾਕ ਗੱਲ ਕੋਈ ਨਹੀਂ ਹੋ ਸਕਦੀ। ਪਹਿਲਾਂ ਸਾਡੇ ਵੈਂਟੀਲੇਟਰ ਸਾਰੇ ਖਾਲੀ ਸੀਗੇ, ਹੁਣ 147 ਚੋਂ 10 ਵੈਂਟੀਲੇਟਰ ਆਲਰੇਡੀ ਭਰੇ ਹੈ, ਜਿਸ 'ਚ 9 ਵਿਅਕਤੀ ਲੁਧਿਆਣੇ ਦੇ ਹੈ ਜਿਹੜੇ ਕਿ ਵੈਂਟੀਲੇਟਰਸ ਤੇ ਹੈ। ਔਰ ਜਦੋਂ ਉਸ ਸੀਰੀਅਸ ਹਾਲਤ 'ਚ ਬੰਦਾ ਪਹੁੰਚ ਜਾਂਦਾ ਹੈ ਤਾਂ ਉਹਦੇ ਵਾਪਸ ਮੁੜਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ 'ਚ ਜਿਹੜੀ ਕਿ 30 ਤੋਂ 35 ਮਰੀਜ਼ ਐਟ ਏ ਟਾਈਮ ਦਾਖਲ ਹੁੰਦੇ ਸੀ, ਹੁਣ ਵੱਧ ਕੇ ਅੱਜ 166 ਮਰੀਜ਼ ਦਾਖਲ ਨੇ। 14 ਮਰੀਜ਼ ਸਿਵਲ ਹਸਪਤਾਲ 'ਚ ਦਾਖਲ ਨੇ, ਟੋਟਲ 180 ਜਣੇ ਦਾਖਲ ਨੇ। ਔਰ ਹੁਣ ਇਹ ਸਥਿਤੀ ਇਸ ਕਰਕੇ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਨਾਰਮਲ ਡਿਲੀਵਰੀਜ਼, ਇਸ ਤੋਂ ਇਲਾਵਾ ਕੋਈ ਸਿਜ਼ੇਰੀਅਨ ਆਪਰੇਸ਼ਨ, ਕੋਈ ਲੋਕਾਂ ਨੇ ਜਿਹੜੇ ਬਹੁਤ ਸਾਲ ਤੋਂ ਇਲੈਕਟਿਵ ਸਰਜਰੀ ਜਿਹੜੀਆਂ ਰੁਕੀਆਂ ਹੋਈਆਂ ਸੀ, ਸਾਰੀਆਂ ਸਰਜਰੀ ਸ਼ੁਰੂ ਹੋ ਗਈਆਂ। ਨਾਰਮਲ ਨੌਨ ਕੋਵਿਡ ਪੇਸ਼ੈਂਟ ਆਲਮੋਸਟ ਪ੍ਰਾਈਵੇਟ ਹਸਪਤਾਲਾਂ 'ਚ, ਸਰਕਾਰੀ ਹਸਪਤਾਲਾਂ 'ਚ ਬਹੁਤ ਸਾਰੇ ਬੈੱਡ ਆਕੂਪਾਈ ਕੀਤੇ ਹੋਏ ਨੇ। ਜੇ ਅੱਜ ਸਾਨੂੰ ਕਿਤੇ ਲੋੜ ਪੈ ਜਾਵੇ ਬੈੱਡਾਂ ਦੀ ਤਾਂ ਇਹ ਇੰਨਾ ਮਤਲਬ ਕੇਕ ਵਾਕ ਨਹੀਂ ਹੋਊਗਾ ਕਿ ਇੱਕਦਮ ਹੀ ਅਸੀਂ ਉਹਨੇ ਸਾਰੇ ਉਹ ਕਰਾ ਲਈਏ। ਨੋ ਡਾਊਟ ਮੈਂ ਕੱਲ੍ਹ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਕਿ ਜੋ ਉਹਨਾਂ ਦੀ ਪੀਕ ਸਮਰੱਥਾ ਸੀਗੀ 1500 ਬੈੱਡਾਂ ਦੀ, ਉਹਦਾ 80% ਲਗਭਗ 1200 ਤੋਂ 1300 ਬੈੱਡ ਤਿਆਰ ਕਰਨ, ਔਰ ਉਹਨਾਂ ਨੇ ਤਿਆਰ ਕਰਨੇ ਸ਼ੁਰੂ ਕਰ ਵੀ ਦਿੱਤੇ। ਬਟ ਕੀ ਤੁਸੀਂ ਇਹ ਚਾਹੋਗੇ ਕਿ ਤੁਹਾਡਾ ਕੋਈ ਪਰਿਵਾਰਕ ਮੈਂਬਰ ਉਹਨਾਂ ਤੇ ਜਾਵੇ? ਬਚਣ ਲਈ 2-3 ਨੁਕਤੇ ਨੇ। ਇੱਕ ਤਾਂ ਆਪਾਂ ਇਸ 'ਚ ਕੋਈ ਸ਼ਰਮ ਨਾ ਸਮਝੀਏ। ਜਿਹੜੀ ਮੈਂ ਮਾਸਕ ਪਾਈ ਹੋਈ ਹੈ, ਮਾਸਕ ਪਾ ਕੇ ਘਰੋਂ ਬਾਹਰ ਨਿਕਲੋ। ਘਰੋਂ ਬਾਹਰ ਨਿਕਲਣ ਵੇਲੇ ਸੋਚੋ ਕਿ ਕੀ ਇਸ ਵਿਆਹ 'ਚ, ਇਸ ਰੋਕੇ 'ਚ ਮੇਰੇ ਜਾਣ ਦੀ ਲੋੜ ਹੈ, ਭੋਗ 'ਚ ਜਾਣ ਦੀ ਲੋੜ ਹੈ। ਤੇ ਜਿਹੜੇ ਵਿਆਹ ਜਾਂ ਹੋਰ ਫੰਕਸ਼ਨ ਕਰਨ ਵਾਲੇ ਨੇ ਉਹ ਵੀ ਸੋਚਣ ਕਿ ਕੀ ਅਸੀਂ ਆਰਗੇਨਾਈਜ਼ ਕਰਕੇ ਆਪਣੇ ਰਿਸ਼ਤੇਦਾਰਾਂ ਦਾ ਭਲਾ ਕਰ ਰਹੇ ਹਾਂ। ਤੁਹਾਨੂੰ ਸੰਖਿਆ ਜਿਹੜੀ ਹੈ ਜੋ ਸਰਕਾਰ ਵੱਲੋਂ ਨਿਰਧਾਰਿਤ ਹੈ ਕਿ ਉਸ ਤੋਂ ਥੱਲੇ ਨਹੀਂ ਰਹਿਣਾ ਚਾਹੀਦਾ। ਮਾਰਕੀਟਸ ਦੇ ਵਿੱਚ ਵੀ ਮੈਂ ਦੇਖ ਰਿਹਾ ਬਹੁਤ ਭੀੜ ਹੋ ਰਹੀ ਹੈ। ਸਾਰੇ ਲੋਕਾਂ ਨੂੰ, ਜਾਂ ਫਿਰ ਬਹੁਤ ਸਾਰੇ ਹੁਣ ਰਾਜਸੀ ਧਾਰਮਿਕ ਸਮਾਗਮਾਂ 'ਚ ਵੀ ਲੋਕ ਆ ਰਹੇ ਆ। ਆਪਾਂ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ। ਇਹ ਸਾਰਾ ਕੁਝ ਹੋ ਕੇ ਜਦੋਂ ਆਪਾਂ ਇਹ ਸਾਰਾ ਕੁਝ ਕਰ ਲਾਂਗੇ, ਫਿਰ ਅਲਟੀਮੇਟਲੀ ਬਚਾਅ ਜਿਹੜਾ ਹੈਗਾ ਉਹ ਆਪਣਾ ਹੈਗਾ ਵੈਕਸੀਨੇਸ਼ਨ ਦੇ ਨਾਲ। ਵੈਕਸੀਨੇਸ਼ਨ ਜਿਹੜੀ ਹੈਗੀ ਹੈ 60 ਸਾਲ ਤੋਂ ਉੱਪਰ ਅਸੀਂ ਦੇ ਰਹੇ ਹਾਂ। ਹਰ ਰੋਜ਼ 2000 ਦੇ ਕਰੀਬ ਬਜ਼ੁਰਗ ਆ ਰਹੇ ਨੇ, ਜੋ ਕਿ ਰਿਸਪੈਕਟੇਬਲ ਸੰਖਿਆ ਹੈਗੀ ਹੈ। ਬਟ ਇਸ ਤੋਂ ਵੱਧ ਲੋਕਾਂ ਨੂੰ ਵੀ ਅਸੀਂ ਵੈਕਸੀਨੇਟ ਕਰ ਸਕਦੇ ਹਾਂ। ਇਹਦੇ 'ਚ ਕੋਈ ਆਨਲਾਈਨ ਕੋਈ ਔਖਾ ਕੰਮ ਨਹੀਂ ਹੈ। ਆਨਲਾਈਨ ਜੇ ਨਹੀਂ ਵੀ ਹੁੰਦਾ, ਆਪਦਾ ਆਧਾਰ ਕਾਰਡ ਚੱਕੋ, ਨੇੜੇ ਦੇ ਸਰਕਾਰੀ ਹਸਪਤਾਲ 'ਚ ਚਲੇ ਜਾਓ। 23 ਸਰਕਾਰੀ ਹਸਪਤਾਲਾਂ 'ਚ ਬਿਲਕੁਲ ਫ੍ਰੀ ਲਗਾ ਰਹੇ ਹਾਂ। ਸਿਵਲ ਹਸਪਤਾਲਾਂ 'ਚ ਜੇ ਨਹੀਂ ਸਮਝ ਆਉਂਦੀ, ਜਿਹੜੇ ਪ੍ਰਾਈਵੇਟ 'ਚ ਜਾਣਾ ਚਾਹੁੰਦੇ ਆ, 60 ਪ੍ਰਾਈਵੇਟ ਹਸਪਤਾਲਾਂ 'ਚ ਲੱਗ ਰਹੀ ਹੈ। ਨਾਮੀ ਗ੍ਰਾਮੀ, ਛੋਟੇ ਵੱਡੇ ਸਾਰੇ ਹਸਪਤਾਲਾਂ 'ਚ ਇੰਜੈਕਸ਼ਨ ਲੱਗ ਰਹੇ ਆ। ਉੱਥੇ ਤੁਸੀਂ ਜਾਓਗੇ, ਸਿਰਫ 250 ਰੁਪਏ ਦੀ ਨੋਮੀਨਲ ਫੀਸ ਹੈਗੀ ਹੈ। ਸੋ ਜਿਹੜੇ ਉਹ 250 ਰੁਪਏ ਦੇ ਕੇ ਉੱਥੇ ਜਾਣਾ ਚਾਹੁੰਦੇ ਆ ਉੱਥੇ ਚਲੇ ਜਾਣ, ਬਟ ਰੱਬ ਦੇ ਵਾਸਤੇ ਇਹਨੂੰ ਲਗਵਾਓ। ਔਰ 45 ਤੋਂ 60 ਸਾਲ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਕੋਈ ਛੋਟੀ ਮੋਟੀ ਵੀ ਕੋਮੋਰਬਿਡ ਬਿਮਾਰੀਆਂ ਨੇ, ਕਿਸੇ ਵੀ RMP ਡਾਕਟਰ ਤੋਂ, ਕੋਈ ਬਹੁਤ ਵੱਡੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਕੋਈ ਗਲੀ ਮਹੱਲੇ ਦੇ ਕਿਸੇ ਡਾਕਟਰ ਤੋਂ ਵੈਰੀਫਾਈ ਕਰਾ ਕੇ ਅਗਰ ਤੁਸੀਂ ਜਾਓਗੇ ਤੁਹਾਡੇ ਇੰਜੈਕਸ਼ਨ ਲੱਗ ਜਾਊਗਾ।
ਜਿਹੜੀਆਂ NGOs ਨੇ, ਫਰੰਟਲਾਈਨ ਵਰਕਰ ਨੇ, ਉਹਨਾਂ ਦੇ ਵੀ ਸਿਰਫ 50% ਲੋਕਾਂ ਨੇ ਟੀਕੇ ਲਗਵਾਏ ਨੇ। ਸੋ ਉਹ ਵੀ ਮੇਰੀ ਬੇਨਤੀ ਹੈ ਕਿ ਜਾ ਕੇ ਟੀਕੇ ਲਗਵਾਓ। ਔਰ ਕਿਸੇ ਨੂੰ ਕੋਈ ਗੰਭੀਰ ਲੱਛਣ ਅਜੇ ਤੱਕ ਆਏ ਨਹੀਂ ਹੈ। ਪਹਿਲਾਂ ਵੀ ਸਰਕਾਰ ਨੇ ਅਜੇ ਤੱਕ ਅਸੀਂ ਇੱਥੋਂ ਤੱਕ ਲਾਈਫ ਐਕਸਪੈਕਟੈਂਸੀ, ਸਾਡੀ ਉਮਰ ਐਵਰੇਜ ਅਗਰ ਔਸਤ ਵਧੀ ਹੈ। ਪੋਲੀਓ ਦੇ ਖਿਲਾਫ ਮੁਹਿੰਮ ਚੱਲੀ, TB ਦੇ ਖਿਲਾਫ ਮੁਹਿੰਮ ਚੱਲੀ, ਉਸ ਤੋਂ ਪਹਿਲਾਂ ਜਿਹੜੀਆਂ BCG ਦੇ ਟੀਕੇ ਲੱਗੇ, ਬੱਚਿਆਂ ਦੇ ਰੇਨਬੋ, ਸਾਡੀ ਪੂਰੀ ਐਕਸਰਸਾਈਜ਼ ਚੱਲ ਰਹੀ ਹੈ ਔਰ ਤੁਸੀਂ ਸਾਰੇ ਸਹਿਯੋਗ ਦੇ ਰਹੇ ਹੋ। ਸੋ ਕਈ ਵਾਰ ਇਹ ਸਮਝਣ ਤੋਂ ਪਰੇ ਹੋ ਜਾਂਦੀ ਹੈ ਵੀ ਇੱਕ ਨਵੀਂ ਜਦੋਂ ਵੈਕਸੀਨ ਆਈ ਹੈ ਤਾਂ ਉਨਾ ਪੂਰਾ ਸਹਿਯੋਗ ਕਿਉਂ ਨਹੀਂ ਮਿਲ ਰਿਹਾ ਹੈਗਾ। ਤੁਸੀਂ ਸਾਰੇ ਸਮਝੋ, ਸਰਕਾਰ ਨੇ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ, ਬਹੁਤ ਸਾਇੰਸਦਾਨਾਂ ਦਾ ਬਹੁਤ ਸਮਾਂ, ਧਨ ਰਾਸ਼ੀ ਲੱਗ ਕੇ, ਅਸੀਂ ਲੱਕੀ ਹਾਂ ਕਿ ਸਾਡੀ ਸਰਕਾਰ ਨੇ ਸਾਰਾ ਪ੍ਰਬੰਧ ਕੀਤਾ। ਬਹੁਤ ਸਾਰੇ ਦੇਸ਼ ਐਸੇ ਨੇ ਜਿਹੜੇ ਕਿ ਤਰਸ ਰਹੇ ਨੇ। ਤੁਸੀਂ ਕਾਈਂਡਲੀ ਇਹ 'ਚ ਅੱਗੇ ਆਓ। ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦਿਓ। ਜਿੱਥੇ ਤੱਕ ਐਲਰਜੀ ਦੀ ਗੱਲ ਹੈਗੀ ਹੈ ਉਹ ਤਾਂ 1 in million ਹੈ, ਪਰ ਲੱਖਾਂ 'ਚ ਇੱਕ ਕੇਸ ਹੈ। ਕਈ ਲੋਕਾਂ ਨੂੰ ਕਣਕ ਤੋਂ ਵੀ ਐਲਰਜੀ ਹੋ ਜਾਂਦੀ ਹੈ, ਫਿਰ ਆਪਾਂ ਰੋਟੀ ਖਾਣੀ ਜਿਹੜਾ ਹੈਗਾ ਸਾਰੀ ਦੁਨੀਆ ਥੋੜ੍ਹੀ ਬੰਦ ਕਰ ਦਿੰਦੀ ਹੈ। ਸੋ ਇਸ ਕਰਕੇ ਆਪਾਂ ਮਤਲਬ ਐਕਸੈਪਸ਼ਨਸ ਵੱਲ ਧਿਆਨ ਨਾ ਦਈਏ। ਇਨ ਜਨਰਲ ਕਿਸੇ ਨੂੰ ਕੋਈ ਮਾੜੇ ਪ੍ਰਭਾਵ ਇੱਥੇ ਸਾਹਮਣੇ ਨਹੀਂ ਆਏ। ਅਗਰ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਤਾਂ ਆਪਾਂ ਸੈਕੰਡ ਵੇਵ 'ਚੋਂ ਬਾਹਰ ਆ ਜਾਵਾਂਗੇ। ਆਪਣਾ ਸ਼ਹਿਰ, ਆਪਣਾ ਜ਼ਿਲ੍ਹਾ ਲੁਧਿਆਣਾ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਆਬਾਦ ਹੋਏਗਾ। ਔਰ ਇਸ ਉਮੀਦ ਦੇ ਨਾਲ ਕਿ ਤੁਸੀਂ ਸਾਰੀਆਂ ਇਹਨਾਂ ਗੱਲਾਂ 'ਤੇ ਅਮਲ ਕਰੋਗੇ। ਧੰਨਵਾਦ। ਇੱਕ ਦੋ ਗੱਲਾਂ ਪੁੱਛੀਆਂ ਨੇ ਆਜ਼ਾਦ ਸਿੰਘ ਧਾਨੀਆ ਜੀ ਨੇ, ਇਹ ਕਹਿੰਦੇ ਨੇ ਵੀ ਕੀ ਨਾਈਟ ਕਰਫਿਊ ਲੱਗ ਸਕਦਾ ਹੈ? ਪਸ਼ੂ ਪੇਸ਼ 'ਚ ਹੈਗੇ ਨੇ ਲੋਕ। ਦੇਖੋ, ਐਜ਼ ਫਾਰ ਐਜ਼ ਵੀ ਆਰ ਕੰਸਰਨਡ, ਅਸੀਂ ਤਾਂ ਕੋਈ ਪਸ਼ੂ ਪੇਸ਼ 'ਚ ਨਹੀਂ। ਅਸੀਂ ਅੱਜ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ NGOs ਨਾਲ ਮੀਟਿੰਗ ਕਰ ਲਈ। ਕੱਲ੍ਹ ਮੈਂ ਤੇ CP ਸਾਹਿਬ ਨੇ ਤੇ ਪ੍ਰਸ਼ਾਸਨਿਕ ਅਫਸਰਾਂ ਨੇ ਸਾਰੇ ਧਾਰਮਿਕ ਸੰਸਥਾਵਾਂ ਨਾਲ, ਸਾਰੇ ਡਾਕਟਰਸ ਨਾਲ, ਸਾਰੇ ਆਕਸੀਜਨ ਬਣਾਉਣ ਵਾਲਿਆਂ ਨਾਲ, ਸਾਰਿਆਂ ਨਾਲ ਅਸੀਂ ਕਰ ਲਈ। ਅਸੀਂ ਆਪਦੀ ਤਿਆਰੀ ਪੂਰੀ ਰੱਖੀ ਹੋਈ ਹੈ ਔਰ ਜਿੱਦੇ ਵੀ ਲੋੜ ਲੱਗੂਗੀ, ਮੈਂ ਅੱਜ ਇਹ ਅਪੀਲ ਕਰਕੇ ਦੇਖ ਰਿਹਾ, ਜੇ 1-2 ਦਿਨਾਂ ਤੱਕ ਲੋਕ ਇਸ 'ਤੇ ਨਹੀਂ ਕੰਨ ਧਰਦੇ ਤਾਂ ਅਸੀਂ ਨਾਈਟ ਕਰਫਿਊ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ। ਅਤੇ ਜਿਹੜਾ ਕੋਈ ਪ੍ਰਬੰਧਕ ਲੋੜ ਤੋਂ ਵੱਧ ਬੰਦੇ ਇਕੱਠੇ ਕਰੂਗਾ ਜਾਂ ਜਿਹੜਾ ਕੋਈ ਬਿਲਡਿੰਗ ਦਾ ਮਾਲਕ ਆਪਣੀ ਬਿਲਡਿੰਗ ਐਸੇ ਫੰਕਸ਼ਨ ਲਈ ਦਊਗਾ ਕਿ ਜਿਹਦੇ 'ਚ ਲੋੜ ਤੋਂ ਵੱਧ ਬੰਦੇ ਆਉਂਦੇ ਹੈ, ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਊਗੀ। ਉਸ 'ਚ FIR ਵੀ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈ। ਜੋ ਵੀ ਲਾਅ ਦੇ ਤਹਿਤ ਪੋਸੀਬਲ ਹੈ, ਅਸੀਂ ਲੋਕਾਂ ਦੀ ਜਾਨ ਖਤਰੇ 'ਚ ਨਹੀਂ ਪਾਉਣੀ ਹੈਗੀ। ਸੋ ਇਸ ਕਰਕੇ ਰਾਤ ਨੂੰ 10 ਵਜੇ ਤੋਂ ਬਾਅਦ ਕੋਈ ਵੱਡੇ ਫੰਕਸ਼ਨਸ ਬਿਲਕੁਲ ਪਲਾਨ ਨਾ ਕੀਤੇ ਜਾਣ, ਕਿਤੇ ਐਨ ਮੌਕੇ 'ਤੇ ਤੁਹਾਨੂੰ ਇਹ ਕੈਂਸਲ ਕਰਨੇ ਪੈਣ। ਅਸੀਂ ਕਿਸੇ ਵੀ ਸਮੇਂ ਫੈਸਲਾ ਲੈ ਸਕਦੇ ਹਾਂ। ਬਾਕੀ ਕਿਸੇ ਨੇ ਸਕੂਲਸ ਬਾਰੇ ਕੋਈ ਪ੍ਰੋਬਲਮ ਲਿਖੀ ਹੈ ਕਿ ਵੀ ਇਹ ਐਡਮਿਸ਼ਨ ਫੀਸ ਵਗੈਰਾ ਲੈ ਰਹੇ ਹੈ, ਇਹ ਮੈਂ ਜਿਹੜੀ ਹੈਗੀ ਹੈ DO ਆਫਿਸ ਨੂੰ ਭੇਜ ਰਿਹਾ। ਜਿਹੜਾ ਵੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੈਗੀ ਹੈ, ਸੌਰਵ ਕੁਮਾਰ ਜੀ ਨੇ ਲਿਖਿਆ, ਮੈਂ DO ਸਾਹਿਬ ਨੂੰ ਰਿਕੁਐਸਟ ਕਰਾਂਗਾ, ਆਦੇਸ਼ ਕਰਾਂਗਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਨ। ਧੰਨਵਾਦ। ਆਈ ਹੋਪ ਕਿ ਤੁਸੀਂ ਸਾਰੇ ਇਹਨਾਂ ਸਾਰੀਆਂ ਇੰਸਟਰਕਸ਼ਨਸ ਨੂੰ ਫੋਲੋ ਕਰੋਗੇ ਤੇ ਲੁਧਿਆਣੇ ਨੂੰ ਬਚਾਓਗੇ। ਗੁੱਡ ਇਵਨਿੰਗ, ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਪਿਛਲੇ 1 ਹਫ਼ਤੇ ਦੌਰਾਨ ਨੰਬਰ ਆਫ ਕੇਸਿਸ ਸਾਰੇ ਪੰਜਾਬ 'ਚ ਹੀ ਵਧੇ ਨੇ, ਬਟ ਲੁਧਿਆਣੇ 'ਚ ਵੀ ਕਾਫੀ ਵਧੇ ਨੇ। ਜਿਹੜੇ ਇੱਕ ਦਿਨ ਦੇ ਸਾਡੇ ਕੇਸ ਪਹਿਲਾਂ 25 ਤੋਂ 35 ਤੱਕ ਆ ਰਹੇ ਸੀਗੇ, ਹੁਣ ਵੱਧ ਕੇ ਉਹ 125 130 ਤੱਕ ਹੋ ਗਏ ਹੈ। ਇਹ 4 ਗੁਣਾ ਇਜ਼ਾਫਾ ਹੈਗਾ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਦੋਂ ਇਸ ਤਰ੍ਹਾਂ ਵੱਧ ਰਹੀ ਹੈ, ਕੋਈ ਇਹ ਮਨ 'ਚ ਸੰਸ਼ਾ ਨਾ ਰੱਖੇ ਕਿ ਸੈਕੰਡ ਵੇਵ ਆ ਗਈ ਕਿ ਨਹੀਂ ਆ ਗਈ। ਮੈਂ ਆਫੀਸ਼ੀਅਲੀ ਇਹ ਤੁਹਾਨੂੰ ਕਹਿ ਰਿਹਾ ਕਿ ਸੈਕੰਡ ਵੇਵ ਹੈ, ਬਿਲਕੁਲ ਹੈ, ਔਰ ਸਾਡੇ ਕੇਸਾਂ 'ਚ ਵਾਧਾ ਹੈ। ਪਹਿਲਾਂ ਇਹ ਹੋ ਗਿਆ ਸੀ ਕਿ ਬਹੁਤੇ ਦਿਨਾਂ 'ਤੇ ਕੋਈ ਵੀ ਮੌਤ ਦੀ ਜਿਹੜੀ ਘਟਨਾ ਹੈ ਸਾਹਮਣੇ ਨਹੀਂ ਸੀ ਆਉਂਦੀ, ਜਾਂ ਹੋਇਆ ਹਫ਼ਤੇ 'ਚ ਇੱਕ ਅੱਧੀ ਵਾਰੀ ਕੋਈ ਇੱਕ ਅੱਧਾ ਕੇਸ ਆ ਗਿਆ। ਪਰ ਹੁਣ ਪਿਛਲੇ 3 ਦਿਨਾਂ ਤੋਂ ਮੈਂ ਲਗਾਤਾਰ ਦੇਖ ਰਿਹਾ ਕਿ ਹਰ ਰੋਜ਼ 3 ਜਿਹੜੀਆਂ ਡੈਥਸ ਹੋ ਰਹੀਆਂ ਨੇ। ਹਰ ਇੱਕ ਜਾਨ ਕੀਮਤੀ ਹੈ, ਇਸ ਤੋਂ ਅਫਸੋਸਨਾਕ ਗੱਲ ਕੋਈ ਨਹੀਂ ਹੋ ਸਕਦੀ। ਪਹਿਲਾਂ ਸਾਡੇ ਵੈਂਟੀਲੇਟਰ ਸਾਰੇ ਖਾਲੀ ਸੀਗੇ, ਹੁਣ 147 ਚੋਂ 10 ਵੈਂਟੀਲੇਟਰ ਆਲਰੇਡੀ ਭਰੇ ਹੈ, ਜਿਸ 'ਚ ਕਿ 9 ਵਿਅਕਤੀ ਲੁਧਿਆਣੇ ਦੇ ਹੈ ਜਿਹੜੇ ਕਿ ਵੈਂਟੀਲੇਟਰਸ 'ਤੇ ਹੈ। ਔਰ ਜਦੋਂ ਉਸ ਸੀਰੀਅਸ ਹਾਲਤ 'ਚ ਬੰਦਾ ਪਹੁੰਚ ਜਾਂਦਾ ਹੈ ਤਾਂ ਉਹਦੇ ਵਾਪਸ ਮੁੜਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ 'ਚ ਜਿਹੜੀ ਕਿ 30 ਤੋਂ 35 ਮਰੀਜ਼ ਐਟ ਏ ਟਾਈਮ ਦਾਖਲ ਹੁੰਦੇ ਸੀ, ਹੁਣ ਵੱਧ ਕੇ ਅੱਜ 166 ਮਰੀਜ਼ ਦਾਖਲ ਨੇ। 14 ਮਰੀਜ਼ ਸਿਵਲ ਹਸਪਤਾਲ 'ਚ ਦਾਖਲ ਨੇ, ਟੋਟਲ 180 ਜਣੇ ਦਾਖਲ ਨੇ। ਔਰ ਹੁਣ ਇਹ ਸਥਿਤੀ ਇਸ ਕਰਕੇ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਨਾਰਮਲ ਡਿਲੀਵਰੀਜ਼, ਇਸ ਤੋਂ ਇਲਾਵਾ ਕੋਈ ਸਿਜ਼ੇਰੀਅਨ ਆਪਰੇਸ਼ਨ, ਕੋਈ ਲੋਕਾਂ ਨੇ ਜਿਹੜੇ ਬਹੁਤ ਸਾਲ ਤੋਂ ਇਲੈਕਟਿਵ ਸਰਜਰੀਜ਼ ਜਿਹੜੀਆਂ ਰੁਕੀਆਂ ਹੋਈਆਂ ਸੀ, ਸਾਰੀਆਂ ਸਰਜਰੀ ਸ਼ੁਰੂ ਹੋ ਗਈਆਂ। ਨਾਰਮਲ ਨਾਨ ਕੋਵਿਡ ਪੇਸ਼ੈਂਟ ਆਲਮੋਸਟ ਪ੍ਰਾਈਵੇਟ ਹਸਪਤਾਲਾਂ 'ਚ, ਸਰਕਾਰੀ ਹਸਪਤਾਲਾਂ 'ਚ ਬਹੁਤ ਸਾਰੇ ਬੈੱਡ ਆਕਿਊਪਾਈ ਕੀਤੇ ਹੋਏ ਨੇ। ਜੇ ਅੱਜ ਸਾਨੂੰ ਕਿਤੇ ਲੋੜ ਪੈ ਜਾਵੇ ਬੈੱਡਾਂ ਦੀ ਤਾਂ ਇਹ ਇੰਨਾ ਮਤਲਬ ਕੇਕ ਵਾਕ ਨਹੀਂ ਹੋਊਗਾ ਕਿ ਇੱਕਦਮ ਹੀ ਅਸੀਂ ਉਹਨੇ ਸਾਰੇ ਉਹ ਕਰਾ ਲਈਏ। ਨੋ ਡਾਊਟ ਮੈਂ ਕੱਲ੍ਹ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਕਿ ਜੋ ਉਹਨਾਂ ਦੀ ਪੀਕ ਸਮਰੱਥਾ ਸੀਗੀ
1500 ਬੈੱਡਾਂ ਦੀ, ਉਹਦਾ 80% ਲਗਭਗ 1200 ਤੋਂ 1300 ਬੈੱਡ ਤਿਆਰ ਕਰਨ, ਔਰ ਉਹਨਾਂ ਨੂੰ ਤਿਆਰ ਕਰਨੇ ਸ਼ੁਰੂ ਕਰ ਵੀ ਦਿੱਤੇ। ਬਟ ਕੀ ਤੁਸੀਂ ਇਹ ਚਾਹੋਗੇ ਕਿ ਤੁਹਾਡਾ ਕੋਈ ਪਰਿਵਾਰਕ ਮੈਂਬਰ ਉਹਨਾਂ ਤੇ ਜਾਵੇ? ਬਚਣ ਲਈ 2-3 ਨੁਕਤੇ ਨੇ। ਇੱਕ ਤਾਂ ਆਪਾਂ ਇਸ 'ਚ ਕੋਈ ਸ਼ਰਮ ਨਾ ਸਮਝੀਏ, ਜਿਹੜੀ ਮੈਂ ਮਾਸਕ ਪਾਈ ਹੋਈ ਹੈ, ਮਾਸਕ ਪਾ ਕੇ ਘਰੋਂ ਬਾਹਰ ਨਿਕਲੋ। ਘਰੋਂ ਬਾਹਰ ਨਿਕਲਣ ਵੇਲੇ ਸੋਚੋ ਕਿ ਕੀ ਇਸ ਵਿਆਹ 'ਚ, ਇਸ ਰੋਕੇ 'ਚ ਮੇਰੇ ਜਾਣ ਦੀ ਲੋੜ ਹੈ, ਭੋਗ 'ਚ ਜਾਣ ਦੀ ਲੋੜ ਹੈ। ਤੇ ਜਿਹੜੇ ਵਿਆਹ ਜਾਂ ਹੋਰ ਫੰਕਸ਼ਨ ਕਰਨ ਵਾਲੇ ਨੇ ਉਹ ਵੀ ਸੋਚਣ ਕਿ ਕੀ ਅਸੀਂ ਆਰਗੇਨਾਈਜ਼ ਕਰਕੇ ਆਪਣੇ ਰਿਸ਼ਤੇਦਾਰਾਂ ਦਾ ਭਲਾ ਕਰ ਰਹੇ ਹਾਂ। ਤੁਹਾਨੂੰ ਸੰਖਿਆ ਜਿਹੜੀ ਹੈ ਜੋ ਸਰਕਾਰ ਵੱਲੋਂ ਨਿਰਧਾਰਿਤ ਹੈ ਕਿ ਉਸ ਤੋਂ ਥੱਲੇ ਨਹੀਂ ਰਹਿਣਾ ਚਾਹੀਦਾ। ਮਾਰਕੀਟਸ ਦੇ ਵਿੱਚ ਵੀ ਮੈਂ ਦੇਖ ਰਿਹਾ ਬਹੁਤ ਭੀੜ ਹੋ ਰਹੀ ਹੈ। ਸਾਰੇ ਲੋਕਾਂ ਨੂੰ, ਜਾਂ ਫਿਰ ਬਹੁਤ ਸਾਰੇ ਹੁਣ ਰਾਜਸੀ ਧਾਰਮਿਕ ਸਮਾਗਮਾਂ 'ਚ ਵੀ ਲੋਕ ਆ ਰਹੇ ਆ। ਆਪਾਂ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਇਹ ਸਾਰਾ ਕੁਝ ਹੋ ਕੇ ਜਦੋਂ ਆਪਾਂ ਇਹ ਸਾਰਾ ਕੁਝ ਕਰ ਲਾਂਗੇ, ਫਿਰ ਅਲਟੀਮੇਟਲੀ ਬਚਾਅ ਜਿਹੜਾ ਹੈਗਾ ਉਹ ਆਪਣਾ ਹੈਗਾ ਵੈਕਸੀਨੇਸ਼ਨ ਦੇ ਨਾਲ। ਵੈਕਸੀਨੇਸ਼ਨ ਜਿਹੜੀ ਹੈਗੀ ਹੈ 60 ਸਾਲ ਤੋਂ ਉੱਪਰ ਅਸੀਂ ਦੇ ਰਹੇ ਹਾਂ। ਹਰ ਰੋਜ਼ 2000 ਦੇ ਕਰੀਬ ਬਜ਼ੁਰਗ ਆ ਰਹੇ ਨੇ, ਜੋ ਕਿ ਰਿਸਪੈਕਟੇਬਲ ਸੰਖਿਆ ਹੈਗੀ ਹੈ। ਬਟ ਇਸ ਤੋਂ ਵੱਧ ਲੋਕਾਂ ਨੂੰ ਵੀ ਅਸੀਂ ਵੈਕਸੀਨੇਟ ਕਰ ਸਕਦੇ ਹਾਂ। ਇਹਦੇ 'ਚ ਕੋਈ ਆਨਲਾਈਨ ਕੋਈ ਔਖਾ ਕੰਮ ਨਹੀਂ ਹੈ। ਆਨਲਾਈਨ ਜੇ ਨਹੀਂ ਵੀ ਹੁੰਦਾ, ਆਪਦਾ ਆਧਾਰ ਕਾਰਡ ਚੱਕੋ, ਨੇੜੇ ਦੇ ਸਰਕਾਰੀ ਹਸਪਤਾਲ 'ਚ ਚਲੇ ਜਾਓ। 23 ਸਰਕਾਰੀ ਹਸਪਤਾਲਾਂ 'ਚ ਬਿਲਕੁਲ ਫ੍ਰੀ ਲਗਾ ਰਹੇ ਹਾਂ। ਸਿਵਲ ਹਸਪਤਾਲਾਂ 'ਚ ਜੇ ਨਹੀਂ ਸਮਝ ਆਉਂਦੀ, ਜਿਹੜੇ ਪ੍ਰਾਈਵੇਟ 'ਚ ਜਾਣਾ ਚਾਹੁੰਦੇ ਆ, 60 ਪ੍ਰਾਈਵੇਟ ਹਸਪਤਾਲਾਂ 'ਚ ਲੱਗ ਰਹੀ ਹੈ। ਨਾਮੀ ਗ੍ਰਾਮੀ ਛੋਟੇ ਵੱਡੇ ਸਾਰੇ ਹਸਪਤਾਲਾਂ 'ਚ ਇੰਜੈਕਸ਼ਨ ਲੱਗ ਰਹੇ ਆ। ਉੱਥੇ ਤੁਸੀਂ ਜਾਓਗੇ, ਸਿਰਫ 250 ਰੁਪਏ ਦੀ ਨੋਮੀਨਲ ਫੀਸ ਹੈਗੀ ਹੈ। ਸੋ ਜਿਹੜੇ ਉਹ 250 ਰੁਪਏ ਦੇ ਕੇ ਉੱਥੇ ਜਾਣਾ ਚਾਹੁੰਦੇ ਆ ਉੱਥੇ ਚਲੇ ਜਾਣ, ਬਟ ਰੱਬ ਦੇ ਵਾਸਤੇ ਇਹਨੂੰ ਲਗਵਾਓ। ਔਰ 45 ਤੋਂ 60 ਸਾਲ ਦੇ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਕੋਈ ਛੋਟੀ ਮੋਟੀ ਵੀ ਕੋਮੋਰਬਿਡ ਬਿਮਾਰੀਆਂ ਨੇ, ਕਿਸੇ ਵੀ RMP ਡਾਕਟਰ ਤੋਂ, ਕੋਈ ਬਹੁਤ ਵੱਡੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਕੋਈ ਗਲੀ ਮਹੱਲੇ ਦੇ ਕਿਸੇ ਡਾਕਟਰ ਤੋਂ ਵੈਰੀਫਾਈ ਕਰਾ ਕੇ ਅਗਰ ਤੁਸੀਂ ਜਾਓਗੇ, ਤੁਹਾਡੇ ਇੰਜੈਕਸ਼ਨ ਲੱਗ ਜਾਊਗਾ। ਜਿਹੜੀਆਂ NGOs ਨੇ, ਫਰੰਟਲਾਈਨ ਵਰਕਰ ਨੇ, ਉਹਨਾਂ ਦੇ ਵੀ ਸਿਰਫ 50% ਲੋਕਾਂ ਨੇ ਟੀਕੇ ਲਗਵਾਏ ਨੇ। ਸੋ ਉਹ ਵੀ ਮੇਰੀ ਬੇਨਤੀ ਹੈ ਕਿ ਜਾ ਕੇ ਟੀਕੇ ਲਗਵਾਓ। ਔਰ ਕਿਸੇ ਨੂੰ ਕੋਈ ਗੰਭੀਰ ਲੱਛਣ ਅਜੇ ਤੱਕ ਆਏ ਨਹੀਂ ਹੈ। ਪਹਿਲਾਂ ਵੀ ਸਰਕਾਰ ਨੇ ਅਜੇ ਤੱਕ, ਅਸੀਂ ਇੱਥੋਂ ਤੱਕ ਲਾਈਫ ਐਕਸਪੈਕਟੈਂਸੀ, ਸਾਡੀ ਉਮਰ ਐਵਰੇਜ ਅਗਰ ਔਸਤ ਵਧੀ ਹੈ। ਪੋਲੀਓ ਦੇ ਖਿਲਾਫ ਮੁਹਿੰਮ ਚੱਲੀ, TB ਦੇ ਖਿਲਾਫ ਮੁਹਿੰਮ ਚੱਲੀ, ਉਸ ਤੋਂ ਪਹਿਲਾਂ ਜਿਹੜੀਆਂ BCG ਦੇ ਟੀਕੇ ਲੱਗੇ, ਬੱਚਿਆਂ ਦੇ ਰੇਨਬੋ, ਸਾਡੀ ਪੂਰੀ ਐਕਸਰਸਾਈਜ਼ ਚੱਲ ਰਹੀ ਹੈ। ਔਰ ਤੁਸੀਂ ਸਾਰੇ ਸਹਿਯੋਗ ਦੇ ਰਹੇ ਹੋ। ਸੋ ਕਈ ਵਾਰ ਇਹ ਸਮਝਣ ਤੋਂ ਪਰੇ ਹੋ ਜਾਂਦੀ ਹੈ ਵੀ ਇੱਕ ਨਵੀਂ ਜਦੋਂ ਵੈਕਸੀਨ ਆਈ ਹੈ ਤਾਂ ਉਹਨਾਂ ਪੂਰਾ ਸਹਿਯੋਗ ਕਿਉਂ ਨਹੀਂ ਮਿਲ ਰਿਹਾ ਹੈਗਾ। ਤੁਸੀਂ ਸਾਰੇ ਸਮਝੋ, ਸਰਕਾਰ ਨੇ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ, ਬਹੁਤ ਸਾਇੰਸਦਾਨਾਂ ਦਾ ਬਹੁਤ ਸਮਾਂ, ਧਨ ਰਾਸ਼ੀ ਲੱਗ ਕੇ, ਅਸੀਂ ਲੱਕੀ ਹਾਂ ਕਿ ਸਾਡੀ ਸਰਕਾਰ ਨੇ ਸਾਰਾ ਪ੍ਰਬੰਧ ਕੀਤਾ। ਬਹੁਤ ਸਾਰੇ ਦੇਸ਼ ਐਸੇ ਨੇ ਜਿਹੜੇ ਕਿ ਤਰਸ ਰਹੇ ਨੇ। ਤੁਸੀਂ ਕਾਈਂਡਲੀ ਇਹ 'ਚ ਅੱਗੇ ਆਓ। ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦਿਓ। ਜਿੱਥੋਂ ਤੱਕ ਐਲਰਜੀ ਦੀ ਗੱਲ ਹੈਗੀ ਹੈ, ਉਹ ਤਾਂ 1 in million ਹੈ, ਲੱਖਾਂ 'ਚ ਇੱਕ ਕੇਸ ਹੈ। ਕਈ ਲੋਕਾਂ ਨੂੰ ਕਣਕ ਤੋਂ ਵੀ ਐਲਰਜੀ ਹੋ ਜਾਂਦੀ ਹੈ। ਫਿਰ ਆਪਾਂ ਰੋਟੀ ਖਾਣੀ ਜਿਹੜਾ ਹੈਗਾ, ਸਾਰੀ ਦੁਨੀਆ ਥੋੜੀ ਬੰਦ ਕਰ ਦਿੰਦੀ ਹੈ। ਸੋ ਇਸ ਕਰਕੇ ਆਪਾਂ ਮਤਲਬ ਐਕਸੈਪਸ਼ਨਸ ਵੱਲ ਧਿਆਨ ਨਾ ਦਈਏ। ਇਨ ਜਨਰਲ ਕਿਸੇ ਨੂੰ ਕੋਈ ਮਾੜੇ ਪ੍ਰਭਾਵ ਇੱਥੇ ਸਾਹਮਣੇ ਨਹੀਂ ਆਏ। ਅਗਰ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਤਾਂ ਆਪਾਂ ਸੈਕੰਡ ਵੇਵ 'ਚੋਂ ਬਾਹਰ ਆ ਜਾਾਂਗੇ। ਆਪਣਾ ਸ਼ਹਿਰ, ਆਪਣਾ ਜ਼ਿਲ੍ਹਾ ਲੁਧਿਆਣਾ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਆਬਾਦ ਹੋਏਗਾ। ਔਰ ਇਸ ਉਮੀਦ ਦੇ ਨਾਲ ਕਿ ਤੁਸੀਂ ਸਾਰੀਆਂ ਇਹਨਾਂ ਗੱਲਾਂ ਤੇ ਅਮਲ ਕਰੋਗੇ। ਧੰਨਵਾਦ। 1-2 ਗੱਲਾਂ ਪੁੱਛੀਆਂ ਨੇ। ਆਜ਼ਾਦ ਸਿੰਘ ਧਾਨੀਆ ਜੀ ਨੇ, ਇਹ ਕਹਿੰਦੇ ਨੇ ਵੀ ਕੀ ਨਾਈਟ ਕਰਫਿਊ ਲੱਗ ਸਕਦਾ? ਪਸ਼ੂ-ਪੇਸ਼ 'ਚ ਹੈਗੇ ਨੇ ਲੋਕ। ਦੇਖੋ, ਐਜ਼ ਫਾਰ ਐਜ਼ ਵੀ ਆਰ ਕੰਸਰਨਡ, ਅਸੀਂ ਤਾਂ ਕੋਈ ਪਸ਼ੂ-ਪੇਸ਼ 'ਚ ਨਹੀਂ। ਅਸੀਂ ਅੱਜ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ, NGOs ਨਾਲ ਮੀਟਿੰਗ ਕਰ ਲਈ। ਕੱਲ ਮੈਂ ਤੇ CP ਸਾਹਿਬ ਨੇ ਤੇ ਪ੍ਰਸ਼ਾਸਨਿਕ ਅਫਸਰਾਂ ਨੇ ਸਾਰੇ ਧਾਰਮਿਕ ਸੰਸਥਾਵਾਂ ਨਾਲ, ਸਾਰੇ ਡਾਕਟਰਸ ਨਾਲ, ਸਾਰੇ ਆਕਸੀਜਨ ਬਣਾਉਣ ਵਾਲਿਆਂ ਨਾਲ, ਸਾਰਿਆਂ ਨਾਲ ਅਸੀਂ ਕਰ ਲਈ। ਅਸੀਂ ਆਪਦੀ ਤਿਆਰੀ ਪੂਰੀ ਰੱਖੀ ਹੋਈ ਹੈ। ਔਰ ਜਿੱਦੇ ਵੀ ਲੋੜ ਲੱਗੂਗੀ, ਮੈਂ ਅੱਜ ਇਹ ਅਪੀਲ ਕਰਕੇ ਦੇਖ ਰਿਹਾ, ਜੇ 1-2 ਦਿਨਾਂ ਤੱਕ ਲੋਕ ਇਸ ਤੇ ਨਹੀਂ ਕੰਨ ਧਰਦੇ ਤਾਂ ਅਸੀਂ ਨਾਈਟ ਕਰਫਿਊ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ। ਤੇ ਜਿਹੜਾ ਕੋਈ ਪ੍ਰਬੰਧਕ ਲੋੜ ਤੋਂ ਵੱਧ ਬੰਦੇ ਇਕੱਠੇ ਕਰੂਗਾ, ਜਾਂ ਜਿਹੜਾ ਕੋਈ ਬਿਲਡਿੰਗ ਦਾ ਮਾਲਕ ਆਪਣੀ ਬਿਲਡਿੰਗ ਐਸੇ ਫੰਕਸ਼ਨ ਲਈ ਦਊਗਾ ਕਿ ਜਿਹਦੇ 'ਚ ਲੋੜ ਤੋਂ ਵੱਧ ਬੰਦੇ ਆਉਂਦੇ ਆ, ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਊਗੀ। ਉਸ 'ਚ FIR ਵੀ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ। ਜੋ ਵੀ ਲਾਅ ਦੇ ਤਹਿਤ ਪੋਸੀਬਲ ਹੈ। ਅਸੀਂ ਲੋਕਾਂ ਦੀ ਜਾਨ ਖਤਰੇ 'ਚ ਨਹੀਂ ਪਾਉਣੀ ਹੈਗੀ। ਸੋ ਇਸ ਕਰਕੇ ਰਾਤ ਨੂੰ 10 ਵਜੇ ਤੋਂ ਬਾਅਦ ਕੋਈ ਵੱਡੇ ਫੰਕਸ਼ਨਸ ਬਿਲਕੁਲ ਪਲਾਨ ਨਾ ਕੀਤੇ ਜਾਣ। ਕਿਤੇ ਐਨ ਮੌਕੇ 'ਤੇ ਤੁਹਾਨੂੰ ਇਹ ਕੈਂਸਲ ਕਰਨੇ ਪੈਣ। ਅਸੀਂ ਕਿਸੇ ਵੀ ਸਮੇਂ ਫੈਸਲਾ ਲੈ ਸਕਦੇ ਹਾਂ। ਬਾਕੀ ਕਿਸੇ ਨੇ ਸਕੂਲਸ ਬਾਰੇ ਕੋਈ ਪ੍ਰੋਬਲਮ ਲਿਖੀ ਹੈ ਕਿ ਵੀ ਇਹ ਐਡਮਿਸ਼ਨ ਫੀਸ ਵਗੈਰਾ ਲੈ ਰਹੇ ਆ, ਇਹ ਮੈਂ ਜਿਹੜੀ ਹੈਗੀ ਹੈ DO ਆਫਿਸ ਨੂੰ ਭੇਜ ਰਿਹਾ। ਜਿਹੜਾ ਵੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੈਗੀ ਹੈ, ਸੌਰਵ ਕੁਮਾਰ ਜੀ ਨੇ ਲਿਖਿਆ, ਮੈਂ DO ਸਾਹਿਬ ਨੂੰ ਰਿਕੁਐਸਟ ਕਰਾਂਗਾ, ਆਦੇਸ਼ ਕਰਾਂਗਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਨ। ਧੰਨਵਾਦ। ਆਈ ਹੋਪ ਕਿ ਤੁਸੀਂ ਸਾਰੇ ਇਹਨਾਂ ਸਾਰੀਆਂ ਇੰਸਟਰਕਸ਼ਨਸ ਨੂੰ ਫੋਲੋ ਕਰੋਗੇ ਤੇ ਲੁਧਿਆਣੇ ਨੂੰ ਬਚਾਓਗੇ। ਗੁੱਡ ਇਵਨਿੰਗ, ਸਤਿ ਸ਼੍ਰੀ ਅਕਾਲ।
ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਨੰਬਰ ਆਫ ਕੇਸਿਸ ਸਾਰੇ ਪੰਜਾਬ 'ਚ ਹੀ ਵਧੇ ਨੇ, ਬਟ ਲੁਧਿਆਣੇ 'ਚ ਵੀ ਕਾਫੀ ਵਧੇ ਨੇ। ਜਿਹੜੇ ਇੱਕ ਦਿਨ ਦੇ ਸਾਡੇ ਕੇਸ ਪਹਿਲਾਂ 25 ਤੋਂ 35 ਤੱਕ ਆ ਰਹੇ ਸੀਗੇ, ਹੁਣ ਵੱਧ ਕੇ ਉਹ 125 130 ਤੱਕ ਹੋ ਗਏ ਆ। ਇਹ 4 ਗੁਣਾ ਇਜ਼ਾਫਾ ਹੈਗਾ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਜਦੋਂ ਇਸ ਤਰ੍ਹਾਂ ਵੱਧ ਰਹੀ ਹੈ, ਕੋਈ ਇਹ ਮਨ 'ਚ ਸੰਸ਼ਾ ਨਾ ਰੱਖੇ ਕਿ ਸੈਕੰਡ ਵੇਵ ਆ ਗਈ ਕਿ ਨਹੀਂ ਆ ਗਈ। ਮੈਂ ਆਫੀਸ਼ੀਅਲੀ ਇਹ ਤੁਹਾਨੂੰ ਕਹਿ ਰਿਹਾ ਕਿ ਸੈਕੰਡ ਵੇਵ ਹੈ, ਬਿਲਕੁਲ ਹੈ, ਔਰ ਸਾਡੇ ਕੇਸਾਂ 'ਚ ਵਾਧਾ ਹੈ। ਪਹਿਲਾਂ ਇਹ ਹੋ ਗਿਆ ਸੀ ਕਿ ਬਹੁਤੇ ਦਿਨਾਂ ਤੇ ਕੋਈ ਵੀ ਮੌਤ ਦੀ ਜਿਹੜੀ ਘਟਨਾ ਹੈ ਸਾਹਮਣੇ ਨਹੀਂ ਸੀ ਆਉਂਦੀ, ਜਾਂ ਹੋਇਆ ਹਫ਼ਤੇ 'ਚ ਇੱਕ ਅੱਧੀ ਵਾਰੀ ਕੋਈ ਇੱਕ ਅੱਧਾ ਕੇਸ ਆ ਗਿਆ। ਪਰ ਹੁਣ ਪਿਛਲੇ 3 ਦਿਨਾਂ ਤੋਂ ਮੈਂ ਲਗਾਤਾਰ ਦੇਖ ਰਿਹਾ ਕਿ ਹਰ ਰੋਜ਼ 3 ਜਿਹੜੀਆਂ ਡੈਥਸ ਹੋ ਰਹੀਆਂ ਨੇ। ਹਰ ਇੱਕ ਜਾਨ ਕੀਮਤੀ ਹੈ, ਇਸ ਤੋਂ ਅਫਸੋਸਨਾਕ ਗੱਲ ਕੋਈ ਨਹੀਂ ਹੋ ਸਕਦੀ। ਪਹਿਲਾਂ ਸਾਡੇ ਵੈਂਟੀਲੇਟਰ ਸਾਰੇ ਖਾਲੀ ਸੀਗੇ, ਹੁਣ 147 ਚੋਂ 10 ਵੈਂਟੀਲੇਟਰ ਆਲਰੇਡੀ ਭਰੇ ਹੈ, ਜਿਸ 'ਚ ਕਿ 9 ਵਿਅਕਤੀ ਲੁਧਿਆਣੇ ਦੇ ਹੈ ਜਿਹੜੇ ਕਿ ਵੈਂਟੀਲੇਟਰਸ ਤੇ ਹੈ। ਔਰ ਜਦੋਂ ਉਸ ਸੀਰੀਅਸ ਹਾਲਤ 'ਚ ਬੰਦਾ ਪਹੁੰਚ ਜਾਂਦਾ ਹੈ ਤਾਂ ਉਹਦੇ ਵਾਪਸ ਮੁੜਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਪ੍ਰਾਈਵੇਟ ਹਸਪਤਾਲਾਂ 'ਚ ਜਿਹੜੀ ਕਿ 30 ਤੋਂ 35 ਮਰੀਜ਼ ਐਟ ਏ ਟਾਈਮ ਦਾਖਲ ਹੁੰਦੇ ਸੀ, ਹੁਣ ਵੱਧ ਕੇ ਅੱਜ 166 ਮਰੀਜ਼ ਦਾਖਲ ਨੇ। 14 ਮਰੀਜ਼ ਸਿਵਲ ਹਸਪਤਾਲ 'ਚ ਦਾਖਲ ਨੇ, ਟੋਟਲ 180 ਜਣੇ ਦਾਖਲ ਨੇ। ਔਰ ਹੁਣ ਇਹ ਸਥਿਤੀ ਇਸ ਕਰਕੇ ਵੀ ਜ਼ਿਆਦਾ ਗੰਭੀਰ ਹੈ ਕਿਉਂਕਿ ਨਾਰਮਲ ਡਿਲੀਵਰੀਜ਼, ਇਸ ਤੋਂ ਇਲਾਵਾ ਕੋਈ ਸਿਜ਼ੇਰੀਅਨ ਆਪਰੇਸ਼ਨ, ਕੋਈ ਲੋਕਾਂ ਨੇ ਜਿਹੜੇ ਬਹੁਤ ਸਾਲ ਤੋਂ ਇਲੈਕਟਿਵ ਸਰਜਰੀਜ਼ ਜਿਹੜੀਆਂ ਰੁਕੀਆਂ ਹੋਈਆਂ ਸੀ, ਸਾਰੀਆਂ ਸਰਜਰੀ ਸ਼ੁਰੂ ਹੋ ਗਈਆਂ। ਨਾਰਮਲ ਨਾਨ ਕੋਵਿਡ ਪੇਸ਼ੈਂਟ ਆਲਮੋਸਟ ਪ੍ਰਾਈਵੇਟ ਹਸਪਤਾਲਾਂ 'ਚ, ਸਰਕਾਰੀ ਹਸਪਤਾਲਾਂ 'ਚ ਬਹੁਤ ਸਾਰੇ ਬੈੱਡ ਆਕੂਪਾਈ ਕੀਤੇ ਹੋਏ ਨੇ। ਜੇ ਅੱਜ ਸਾਨੂੰ ਕਿਤੇ ਲੋੜ ਪੈ ਜਾਵੇ ਬੈੱਡਾਂ ਦੀ ਤਾਂ ਇਹ ਇੰਨਾ ਮਤਲਬ ਕੇਕ ਵਾਕ ਨਹੀਂ ਹੋਊਗਾ ਕਿ ਇੱਕਦਮ ਹੀ ਅਸੀਂ ਉਨੇ ਸਾਰੇ ਉਹ ਕਰਾ ਲਈਏ। ਨੋ ਡਾਊਟ ਮੈਂ ਕੱਲ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਹਾ ਕਿ ਜੋ ਉਹਨਾਂ ਦੀ ਪੀਕ ਸਮਰੱਥਾ ਸੀਗੀ 1500 ਬੈੱਡਾਂ ਦੀ, ਉਹਦਾ 80% ਲਗਭਗ 1200 ਤੋਂ 1300 ਬੈੱਡ ਤਿਆਰ ਕਰਨ, ਔਰ ਉਹਨਾਂ ਨੇ ਤਿਆਰ ਕਰਨੇ ਸ਼ੁਰੂ ਕਰ ਵੀ ਦਿੱਤੇ। ਬਟ ਕੀ ਤੁਸੀਂ ਇਹ ਚਾਹੋਗੇ ਕਿ ਤੁਹਾਡਾ ਕੋਈ ਪਰਿਵਾਰਕ ਮੈਂਬਰ ਉਹਨਾਂ ਤੇ ਜਾਵੇ? ਬਚਣ ਲਈ 2-3 ਨੁਕਤੇ ਨੇ। ਇੱਕ ਤਾਂ ਆਪਾਂ ਇਸ 'ਚ ਕੋਈ ਸ਼ਰਮ ਨਾ ਸਮਝੀਏ। ਜਿਹੜੀ ਮੈਂ ਮਾਸਕ ਪਾਈ ਹੋਈ ਹੈ, ਮਾਸਕ ਪਾ ਕੇ ਘਰੋਂ ਬਾਹਰ ਨਿਕਲੋ। ਘਰੋਂ ਬਾਹਰ ਨਿਕਲਣ ਵੇਲੇ ਸੋਚੋ ਕਿ ਕੀ ਇਸ ਵਿਆਹ 'ਚ, ਇਸ ਰੋਕੇ 'ਚ ਮੇਰੇ ਜਾਣ ਦੀ ਲੋੜ ਹੈ, ਭੋਗ 'ਚ ਜਾਣ ਦੀ ਲੋੜ ਹੈ। ਤੇ ਜਿਹੜੇ ਵਿਆਹ ਜਾਂ ਹੋਰ ਫੰਕਸ਼ਨ ਕਰਨ ਵਾਲੇ ਨੇ ਉਹ ਵੀ ਸੋਚਣ ਕਿ ਕੀ ਅਸੀਂ ਆਰਗੇਨਾਈਜ਼ ਕਰਕੇ ਆਪਣੇ ਰਿਸ਼ਤੇਦਾਰਾਂ ਦਾ ਭਲਾ ਕਰ ਰਹੇ ਹਾਂ। ਤੁਹਾਨੂੰ ਸੰਖਿਆ ਜਿਹੜੀ ਹੈ ਜੋ ਸਰਕਾਰ ਵੱਲੋਂ ਨਿਰਧਾਰਿਤ ਹੈ ਕਿ ਉਸ ਤੋਂ ਥੱਲੇ ਨਹੀਂ ਰਹਿਣਾ ਚਾਹੀਦਾ। ਮਾਰਕੀਟਸ ਦੇ ਵਿੱਚ ਵੀ ਮੈਂ ਦੇਖ ਰਿਹਾ ਬਹੁਤ ਭੀੜ ਹੋ ਰਹੀ ਹੈ। ਸਾਰੇ ਲੋਕਾਂ ਨੂੰ, ਜਾਂ ਫਿਰ ਬਹੁਤ ਸਾਰੇ ਹੁਣ ਰਾਜਸੀ ਧਾਰਮਿਕ ਸਮਾਗਮਾਂ 'ਚ ਵੀ ਲੋਕ ਆ ਰਹੇ ਆ। ਆਪਾਂ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਇਹ ਸਾਰਾ ਕੁਝ ਹੋ ਕੇ ਜਦੋਂ ਆਪਾਂ ਇਹ ਸਾਰਾ ਕੁਝ ਕਰ ਲਾਂਗੇ, ਫਿਰ ਅਲਟੀਮੇਟਲੀ ਬਚਾਅ ਜਿਹੜਾ ਹੈਗਾ ਉਹ ਆਪਣਾ ਹੈਗਾ ਵੈਕਸੀਨੇਸ਼ਨ ਦੇ ਨਾਲ। ਵੈਕਸੀਨੇਸ਼ਨ ਜਿਹੜੀ ਹੈਗੀ ਹੈ 60 ਸਾਲ ਤੋਂ ਉੱਪਰ ਅਸੀਂ ਦੇ ਰਹੇ ਹਾਂ। ਹਰ ਰੋਜ਼ 2000 ਦੇ ਕਰੀਬ ਬਜ਼ੁਰਗ ਆ ਰਹੇ ਨੇ, ਜੋ ਕਿ ਰਿਸਪੈਕਟੇਬਲ ਸੰਖਿਆ ਹੈਗੀ ਹੈ। ਬਟ ਇਸ ਤੋਂ ਵੱਧ ਲੋਕਾਂ ਨੂੰ ਵੀ ਅਸੀਂ ਵੈਕਸੀਨੇਟ ਕਰ ਸਕਦੇ ਹਾਂ। ਇਹਦੇ 'ਚ ਕੋਈ ਆਨਲਾਈਨ ਕੋਈ ਔਖਾ ਕੰਮ ਨਹੀਂ ਹੈ। ਆਨਲਾਈਨ ਜੇ ਨਹੀਂ ਵੀ ਹੁੰਦਾ, ਆਪਦਾ ਆਧਾਰ ਕਾਰਡ ਚੱਕੋ, ਨੇੜੇ ਦੇ ਸਰਕਾਰੀ ਹਸਪਤਾਲ 'ਚ ਚਲੇ ਜਾਓ। 23 ਸਰਕਾਰੀ ਹਸਪਤਾਲਾਂ 'ਚ ਬਿਲਕੁਲ ਫ੍ਰੀ ਲਗਾ ਰਹੇ ਹਾਂ। ਸਿਵਲ ਹਸਪਤਾਲਾਂ 'ਚ ਜੇ ਨਹੀਂ ਸਮਝ ਆਉਂਦੀ, ਜਿਹੜੇ ਪ੍ਰਾਈਵੇਟ 'ਚ ਜਾਣਾ ਚਾਹੁੰਦੇ ਆ, 60 ਪ੍ਰਾਈਵੇਟ ਹਸਪਤਾਲਾਂ 'ਚ ਲੱਗ ਰਹੀ ਹੈ। ਨਾਮੀ ਗ੍ਰਾਮੀ ਛੋਟੇ ਵੱਡੇ ਸਾਰੇ ਹਸਪਤਾਲਾਂ 'ਚ ਇੰਜੈਕਸ਼ਨ ਲੱਗ ਰਹੇ ਆ। ਉੱਥੇ ਤੁਸੀਂ ਜਾਓਗੇ, ਸਿਰਫ 250 ਰੁਪਏ ਦੀ ਨੋਮੀਨਲ ਫੀਸ ਹੈਗੀ ਹੈ। ਸੋ ਜਿਹੜੇ ਉਹ 250 ਰੁਪਏ ਦੇ ਕੇ ਉੱਥੇ ਜਾਣਾ ਚਾਹੁੰਦੇ ਆ ਉੱਥੇ ਚਲੇ ਜਾਣ, ਬਟ ਰੱਬ ਦੇ ਵਾਸਤੇ ਇਹਨੂੰ ਲਗਵਾਓ। ਔਰ 45 ਤੋਂ 60 ਸਾਲ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਕੋਈ ਛੋਟੀ ਮੋਟੀ ਵੀ ਕੋਮੋਰਬਿਡ ਬਿਮਾਰੀਆਂ ਨੇ, ਕਿਸੇ ਵੀ ਆਰਐਮਪੀ ਡਾਕਟਰ ਤੋਂ, ਕੋਈ ਬਹੁਤ ਵੱਡੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਕੋਈ ਗਲੀ ਮਹੱਲੇ ਦੇ ਕਿਸੇ ਡਾਕਟਰ ਤੋਂ ਵੈਰੀਫਾਈ ਕਰਾ ਕੇ ਅਗਰ ਤੁਸੀਂ ਜਾਓਗੇ ਤੁਹਾਡੇ ਇੰਜੈਕਸ਼ਨ ਲੱਗ ਜੂਗਾ। ਜਿਹੜੀਆਂ NGOs ਨੇ, ਫਰੰਟ ਲਾਈਨ ਵਰਕਰ ਨੇ, ਉਹਨਾਂ ਦੇ ਵੀ ਸਿਰਫ 50% ਲੋਕਾਂ ਨੇ ਟੀਕੇ ਲਗਵਾਏ ਨੇ। ਸੋ ਉਹ ਵੀ ਮੇਰੀ ਬੇਨਤੀ ਹੈ ਕਿ ਜਾ ਕੇ ਟੀਕੇ ਲਗਵਾਓ। ਔਰ ਕਿਸੇ ਨੂੰ ਕੋਈ ਗੰਭੀਰ ਲੱਛਣ ਅੱਜ ਤੱਕ ਆਏ ਨਹੀਂ ਹੈ। ਪਹਿਲਾਂ ਵੀ ਸਰਕਾਰ ਨੇ ਅੱਜ ਤੱਕ, ਅਸੀਂ ਇੱਥੋਂ ਤੱਕ ਲਾਈਫ ਐਕਸਪੈਕਟੈਂਸੀ, ਸਾਡੀ ਉਮਰ ਐਵਰੇਜ ਅਗਰ ਔਸਤ ਵਧੀ ਹੈ। ਪੋਲੀਓ ਦੇ ਖਿਲਾਫ ਮੁਹਿੰਮ ਚੱਲੀ, TB ਦੇ ਖਿਲਾਫ ਮੁਹਿੰਮ ਚੱਲੀ, ਉਸ ਤੋਂ ਪਹਿਲਾਂ ਜਿਹੜੀਆਂ BCG ਦੇ ਟੀਕੇ ਲੱਗੇ, ਬੱਚਿਆਂ ਦੇ ਰੇਨਬੋ, ਸਾਡੀ ਪੂਰੀ ਐਕਸਰਸਾਈਜ਼ ਚੱਲ ਰਹੀ ਹੈ ਔਰ ਤੁਸੀਂ ਸਾਰੇ ਸਹਿਯੋਗ ਦੇ ਰਹੇ ਹੋ। ਸੋ ਕਈ ਵਾਰ ਇਹ ਸਮਝਣ ਤੋਂ ਪਰੇ ਹੋ ਜਾਂਦੀ ਹੈ ਵੀ ਇੱਕ ਨਵੀਂ ਜਦੋਂ ਵੈਕਸੀਨ ਆਈ ਹੈ ਤਾਂ ਉਨਾ ਪੂਰਾ ਸਹਿਯੋਗ ਕਿਉਂ ਨਹੀਂ ਮਿਲ ਰਿਹਾ ਹੈਗਾ। ਤੁਸੀਂ ਸਾਰੇ ਸਮਝੋ, ਸਰਕਾਰ ਨੇ ਬਹੁਤ ਜ਼ਿਆਦਾ ਰਿਸਰਚ ਤੋਂ ਬਾਅਦ, ਬਹੁਤ ਸਾਇੰਸਦਾਨਾਂ ਦਾ ਬਹੁਤ ਸਮਾਂ, ਧਨ ਰਾਸ਼ੀ ਲੱਗ ਕੇ, ਅਸੀਂ ਲੱਕੀ ਹਾਂ ਕਿ ਸਾਡੀ ਸਰਕਾਰ ਨੇ ਸਾਰਾ ਪ੍ਰਬੰਧ ਕੀਤਾ। ਬਹੁਤ ਸਾਰੇ ਦੇਸ਼ ਐਸੇ ਨੇ ਜਿਹੜੇ ਕਿ ਤਰਸ ਰਹੇ ਨੇ। ਤੁਸੀਂ ਕਾਈਂਡਲੀ ਇਹ 'ਚ ਅੱਗੇ ਆਓ। ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦਿਓ। ਜਿੱਥੋਂ ਤੱਕ ਐਲਰਜੀ ਦੀ ਗੱਲ ਹੈਗੀ ਹੈ ਉਹ ਤਾਂ 1 in million ਹੈ, ਪਰ ਲੱਖਾਂ 'ਚ ਇੱਕ ਕੇਸ ਹੈ। ਕਈ ਲੋਕਾਂ ਨੂੰ ਕਣਕ ਤੋਂ ਵੀ ਐਲਰਜੀ ਹੋ ਜਾਂਦੀ ਹੈ, ਫਿਰ ਆਪਾਂ ਰੋਟੀ ਖਾਣੀ ਜਿਹੜਾ ਹੈਗਾ ਸਾਰੀ ਦੁਨੀਆ ਥੋੜੀ ਬੰਦ ਕਰ ਦਿੰਦੀ ਹੈ। ਸੋ ਇਸ ਕਰਕੇ ਆਪਾਂ ਮਤਲਬ ਐਕਸੈਪਸ਼ਨਸ ਵੱਲ ਧਿਆਨ ਨਾ ਦਈਏ। ਇਨ ਜਨਰਲ ਕਿਸੇ ਨੂੰ ਕੋਈ ਮਾੜੇ ਪ੍ਰਭਾਵ ਇੱਥੇ ਸਾਹਮਣੇ ਨਹੀਂ ਆਏ। ਅਗਰ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਤਾਂ ਆਪਾਂ ਸੈਕੰਡ ਵੇਵ 'ਚੋਂ ਬਾਹਰ ਆ ਜਾਾਂਗੇ। ਆਪਣਾ ਸ਼ਹਿਰ, ਆਪਣਾ ਜ਼ਿਲ੍ਹਾ
ਲੁਧਿਆਣਾ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਆਬਾਦ ਹੋਏਗਾ ਔਰ ਇਸ ਉਮੀਦ ਦੇ ਨਾਲ ਕਿ ਤੁਸੀਂ ਸਾਰੀਆਂ ਇਹਨਾਂ ਗੱਲਾਂ ਤੇ ਅਮਲ ਕਰੋਗੇ। ਧੰਨਵਾਦ। ਇੱਕ ਦੋ ਗੱਲਾਂ ਪੁੱਛੀਆਂ ਨੇ ਆਜ਼ਾਦ ਸਿੰਘ ਧਾਨੀਆ ਜੀ ਨੇ, ਇਹ ਕਹਿੰਦੇ ਨੇ ਵੀ ਕੀ ਨਾਈਟ ਕਰਫਿਊ ਲੱਗ ਸਕਦਾ ਹੈ? ਪਸ਼ੂ-ਪੇਸ਼ 'ਚ ਹੈਗੇ ਨੇ ਲੋਕ। ਦੇਖੋ ਐਜ਼ ਫਾਰ ਐਜ਼ ਵੀ ਆਰ ਕੰਸਰਨਡ ਅਸੀਂ ਤਾਂ ਕੋਈ ਪਸ਼ੂ-ਪੇਸ਼ 'ਚ ਨਹੀਂ। ਅਸੀਂ ਅੱਜ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ NGOs ਨਾਲ ਮੀਟਿੰਗ ਕਰ ਲਈ। ਕੱਲ ਮੈਂ ਤੇ CP ਸਾਹਿਬ ਨੇ ਤੇ ਪ੍ਰਸ਼ਾਸਨਿਕ ਅਫਸਰਾਂ ਨੇ ਸਾਰੇ ਧਾਰਮਿਕ ਸੰਸਥਾਵਾਂ ਨਾਲ ਸਾਰੇ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ